ਹੈਲੋ एवरीवन ਵੈਲਕਮ ਟੂ ਮਾਈ ਚੈਨਲ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੋਲਿਟੀ ਦੇ ਨਾਲ ਰਿਲੇਟਡ MCQ ਡਿਸਕਸ ਕਰਨੇ ਹੈਗੇ ਆ ਜੀ। ਇਹ MCQ ਤੁਹਾਨੂੰ ਤੁਹਾਡੇ ਆਉਣ ਵਾਲਾ ਐਗਜ਼ਾਮ ਜੋ ਨੈਬ ਤਹਿਸੀਲਦਾਰ ਦਾ ਜੂਨ ਦੇ ਵਿੱਚ ਹੋਊਗਾ ਉਹ 'ਚ ਕਾਫੀ ਹੈਲਪ ਕਰਨਗੇ। ਠੀਕ ਹੈ, ਤੁਸੀਂ ਕੀ ਕਰਨਾ ਹੈਗਾ, ਵੀਡੀਓ ਨੂੰ ਪੌਜ਼ ਕਰਕੇ ਕੁਐਸਚਨ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰਨੀ ਹੈ ਐਂਡ ਉਸ ਤੋਂ ਬਾਅਦ ਫਿਰ ਤੁਸੀਂ ਦੇਖਣਾ ਹੈਗਾ ਕਿ ਤੁਹਾਡਾ ਆਨਸਰ ਸਹੀ ਹੈ। ਜੇਕਰ ਤੁਹਾਡਾ ਆਨਸਰ ਸਹੀ ਆਉਂਦਾ ਤਾਂ ਦੈਟ ਇਜ਼ ਰੀਅਲੀ ਗੁੱਡ, ਇਟ ਮੀਨਸ ਕਿ ਤੁਸੀਂ ਬਹੁਤ ਵਧੀਆ ਵੇ ਨਾਲ ਤਿਆਰੀ ਕਰ ਰਹੇ ਹੋ, ਰਾਈਟ ਪਾਥ 'ਤੇ ਹੋ। ਠੀਕ ਹੈ, ਲੇਕਿਨ ਜੇਕਰ ਤੁਹਾਡਾ ਆਨਸਰ ਗਲਤ ਹੁੰਦਾ ਤਾਂ ਤੁਸੀਂ ਉਸ ਚੀਜ਼ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਹੈ, ਸੋ ਦੈਟ ਕਿ ਜੇਕਰ ਉਸ ਤਰ੍ਹਾਂ ਦਾ ਕੁਐਸਚਨ ਐਗਜ਼ਾਮ ਦੇ ਵਿੱਚ ਆਉਣਾ ਤਾਂ ਤੁਸੀਂ ਉਹਨੂੰ ਅਟੈਂਪਟ ਕਰ ਸਕੋ। ਠੀਕ ਹੈ ਨਾ, ਬਿਕੋਜ਼ MCQ ਅਟੈਂਪਟ ਕਰਨ ਦਾ ਜਿਹੜਾ ਆਪਣਾ ਬੇਸਿਕ ਮੋਟਿਵ ਇਹੀ ਹੁੰਦਾ ਕਿ ਆਪਾਂ ਆਪਣੀ ਜਿਹੜੀ ਪ੍ਰੈਕਟਿਸ ਹੁੰਦੀ ਆ ਉਹਨੂੰ ਹੋਰ ਵਧੀਆ ਤੋਂ ਵਧੀਆ ਢੰਗ ਨਾਲ ਕਰ ਸਕੀਏ, ਵਧੀਆ ਤੋਂ ਵਧੀਆ ਢੰਗ ਨਾਲ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਬਿਠਾ ਸਕੀਏ, ਸੋ ਦੈਟ ਕਿ ਜਦੋਂ ਆਪਣਾ ਰੀਅਲ ਐਗਜ਼ਾਮ ਹੋਊਗਾ ਤਾਂ ਉਹਦੇ 'ਚ ਆਪਾਂ ਬੈਟਰ ਪਰਫਾਰਮ ਕਰ ਸਕੀਏ। ਠੀਕ ਹੈ, ਸੋ ਇੱਥੇ ਜਦੋਂ ਦੇਖੋ ਆਪਾਂ MCQ ਅਟੈਂਪਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਫਸਟ ਆਫ ਆਲ ਮੈਂ ਤੁਹਾਨੂੰ ਇੱਕ MCQ ਅਟੈਂਪਟ ਕਰਨ ਦਾ ਵੇ ਵੀ ਦੱਸਣਾ ਚਾਹੁੰਦਾ। ਜਿਵੇਂ ਫਸਟ ਕੁਐਸਚਨ ਦੇਖੋ ਆਪਣੇ ਕੋਲੇ, which of the following is true regarding regulating act of India 1773। ਜਦੋਂ ਤੁਸੀਂ ਪੇਪਰ ਦੇ ਵਿੱਚ ਕੁਐਸਚਨ ਅਟੈਂਪਟ ਕਰਨਾ ਹੈਗਾ ਤਾਂ ਅੰਡਰਲਾਈਨ ਨਾਲ ਕਰੀ ਜਾਣਾ। ਜਿਵੇਂ ਦੇਖੋ which of the following is true, ਫਸਟ ਆਫ ਆਲ ਤਾਂ ਟਰੂ ਨੂੰ ਅੰਡਰਲਾਈਨ ਕਰਨਾ, ਬਿਕੋਜ਼ ਸਮਟਾਈਮਸ ਪਤਾ ਕੀ ਹੁੰਦਾ ਇੱਥੇ ਉਹ ਤੁਹਾਨੂੰ ਇਹ ਪੁੱਛ ਸਕਦੇ ਆ ਵੀ ਫਾਲਸ ਪੁੱਛ ਸਕਦੇ ਆ ਜਾਂ ਨਾਟ ਟਰੂ ਪੁੱਛ ਸਕਦੇ, ਲੇਕਿਨ ਸਮਟਾਈਮਸ ਪਤਾ ਕੀ ਹੁੰਦਾ ਪੇਪਰ ਦੇ ਵਿੱਚ ਆਪਾਂ ਨੂੰ ਇੰਨੀ ਕਾਹਲੀ ਹੁੰਦੀ ਹੈ ਕਿ ਆਪਾਂ ਇਹ ਚੀਜ਼ਾਂ ਨੂੰ ਨੋਟ ਨਹੀਂ ਕਰਦੇ ਹੈਗੇ ਤੇ ਇੱਥੋਂ ਕਈ ਵਾਰ ਆਪਾਂ 1-2 ਨੰਬਰ ਗਵਾਏ ਹੋਣੇ ਆਪਦੇ ਐਂਡ ਉਹੀ 1-2 ਨੰਬਰਾਂ ਕਰਕੇ ਜਾਂ ਤਾਂ ਆਪਾਂ ਮੈਰਿਟ ਦੇ ਵਿੱਚ ਆ ਨਹੀਂ ਪਾਉਂਦੇ, ਜਾਂ ਜੇਕਰ ਆਪਾਂ ਮੈਰਿਟ ਦੇ ਵਿੱਚ ਆਉਣੇ ਵੀ ਹੈਗੇ ਆ ਤਾਂ ਆਪਾਂ ਨੂੰ ਆਪਦੀ ਜਿਹੜੀ ਮਨਭਾਉਂਦੀ ਸਟੇਸ਼ਨ ਆ ਉਹ ਨਹੀਂ ਮਿਲਦਾ ਹੈਗਾ ਜਾਂ ਮਨਭਾਉਂਦੀ ਪੋਸਟ ਉਹ ਨਹੀਂ ਮਿਲ ਪਾਉਂਦੀ। ਸੋ ਇਸ ਕਰਕੇ ਨਿੱਕੇ ਨਿੱਕੇ ਬਰੀਕ ਗਲਤੀਆਂ ਦਾ ਤੁਸੀਂ ਧਿਆਨ ਰੱਖਣਾ ਹੈਗਾ, ਇਹਨਾਂ ਗਲਤੀਆਂ ਕਰਕੇ ਨੰਬਰ ਕੱਟਣ ਤੋਂ ਬਚਾਉਣੇ ਆ। ਠੀਕ ਹੈ ਜੀ, ਨਾਲ ਅੰਡਰਲਾਈਨ ਕਰੀ ਚਲੋ, ਜਿਵੇਂ ਵਿਚ ਆਫ ਦ ਫੋਲੋਇੰਗ ਇਜ਼ ਟਰੂ, ਪਹਿਲਾਂ ਮੈਂ ਟਰੂ ਨੂੰ ਅੰਡਰਲਾਈਨ ਕਰ ਲਿਆ। ਰਿਗਾਰਡਿੰਗ ਰੈਗੂਲੇਟਿੰਗ ਐਕਟ ਆਫ ਇੰਡੀਆ 1773 ਇਹਨੂੰ ਆਪਾਂ ਅੰਡਰਲਾਈਨ ਕਰ ਲਿਆ। ਹੁਣ ਦੇਖੋ ਆਪਸ਼ਨ 1 ਦੇਖਦੇ ਹਾਂ, ਇਟ ਪ੍ਰੋਵਾਈਡਡ ਫॉर ਡੈਜ਼ਿਗਨੇਸ਼ਨ ਆਫ ਗਵਰਨਰ ਜਨਰਲ ਆਫ ਬੰਗਾਲ। ਦੇਖੋ ਇਹਨੂੰ ਆਪਾਂ ਅੰਡਰਲਾਈਨ ਕਰ ਲਿਆ ਕਿ ਇਹਨੇ ਇਸ ਐਕਟ ਦੇ ਅੰਡਰ ਡੈਜ਼ਿਗਨੇਸ਼ਨ ਆਫ ਗਵਰਨਰ ਜਨਰਲ ਆਫ ਬੰਗਾਲ ਬਣਾਈ ਗਈ ਸੀ। ਹੁਣ ਇਹ ਸਹੀ ਹੈ ਗਲਤ ਹੈ ਆਪਾਂ ਅੱਗੇ ਦੇਖਾਂਗੇ। ਸੈਕੰਡ ਆਪਸ਼ਨ ਕੀ ਹੈ, ਸੁਪਰੀਮ ਕੋਰਟ ਵਿਦ 5 ਜੱਜਸ, ਸੁਪਰੀਮ ਕੋਰਟ ਨੂੰ ਅੰਡਰਲਾਈਨ ਕਰ ਲਿਆ, 5 ਜੱਜਸ ਨੂੰ ਅੰਡਰਲਾਈਨ ਕਰ ਲਿਆ, ਵਾਜ਼ ਸਟੈਬਲਿਸ਼ਡ। ਇਟ ਹੈਡ ਪ੍ਰੋਵੀਜ਼ਨ ਆਫ ਐਗਜ਼ੈਕਟਿਵ ਕਾਉਂਸਲ ਵਿਦ 5 ਮੈਂਬਰਸ। ਠੀਕ ਹੈ, ਇਹਨਾਂ ਨੂੰ ਅੰਡਰਲਾਈਨ ਕਰ ਲਿਆ। ਹੁਣ ਆਪਾਂ ਨੂੰ ਮੋਟਾ ਮੋਟਾ ਦੇਖੋ ਪਤਾ ਲੱਗ ਗਿਆ ਵੀ ਰੈਗੂਲੇਟਿੰਗ ਐਕਟ ਆਫ ਇੰਡੀਆ ਦੇ ਵਿੱਚ ਆਪਾਂ ਟਰੂ ਦੇਖਣਾ ਕੀ ਹੈ ਐਂਡ ਉਹਦੇ ਟਰੂ ਦੇ ਵਿੱਚੋਂ ਆਪਾਂ ਇਹਨਾਂ ਤਿੰਨਾਂ ਸਟੇਟਮੈਂਟਸ ਚੰਗੀ ਤਰ੍ਹਾਂ ਦੇਖਣਾ ਹੈਗਾ। ਹੁਣ ਕਰੈਕਟ ਆਪਸ਼ਨ ਕੀ ਹੈ, ਓਨਲੀ 1, ਓਨਲੀ 2 ਐਂਡ 3, ਓਨਲੀ 1 ਐਂਡ 3 ਐਂਡ ਡੀ ਕੀ ਹੈ ਓਨਲੀ 3, ਤੇ ਇਹਦਾ ਰਾਈਟ ਆਂਸਰ ਦੇਖੋ ਹੈਗਾ ਓਨਲੀ 1। ਫਸਟ ਸਟੇਟਮੈਂਟ ਬਿਲਕੁਲ ਸਹੀ ਹੈ। ਇਸ ਐਕਟ ਦੇ ਅੰਡਰ ਗਵਰਨਰ ਜਨਰਲ ਆਫ ਬੰਗਾਲ ਦੀ ਜਿਹੜੀ ਡੈਜ਼ਿਗਨੇਸ਼ਨ ਉਹ ਪ੍ਰੋਵਾਈਡ ਕੀਤੀ ਗਈ ਸੀ, ਪਹਿਲਾਂ ਇਕੱਲਾ ਗਵਰਨਰ ਆਫ ਬੰਗਾਲ ਹੁੰਦਾ ਸੀ। ਸੈਕਿੰਡ ਸਟੇਟਮੈਂਟ ਗਲਤ ਹੋ ਜਾਂਦੀ ਹੈ, ਇਸ ਐਕਟ ਦੇ ਅੰਡਰ ਸੁਪਰੀਮ ਕੋਰਟ ਸਟੈਬਲਿਸ਼ ਕੀਤੀ ਗਈ ਸੀ ਲੇਕਿਨ ਉਹਦੇ 5 ਜੱਜਸ ਨਹੀਂ ਸੀਗੇ, ਉਹਦੇ ਕਿੰਨੇ ਜੱਜਸ ਸੀਗੇ, ਉਹਦੇ 4 ਜੱਜਸ ਸੀਗੇ, ਉਹਦੇ ਵਿੱਚੋਂ ਇੱਕ ਦੇਖੋ ਚੀਫ ਜਸਟਿਸ ਸੀਗਾ ਐਂਡ 3 ਅਦਰ ਜੱਜਸ ਸੀਗੇ। ਠੀਕ ਹੈ ਜੀ, ਥਰਡ ਸਟੇਟਮੈਂਟ ਵੀ ਰੋਂਗ ਹੋ ਜਾਂਦੀ ਹੈ ਬਿਕੋਜ਼ ਇਸ ਸੈਕਟਰ ਦੇ ਅੰਡਰ ਐਗਜ਼ੈਕਟਿਵ ਕਾਉਂਸਲ ਸਟੈਬਲਿਸ਼ ਕੀਤੀ ਗਈ ਸੀ। ਇੱਥੋਂ ਤੱਕ ਇਹ ਸਟੇਟਮੈਂਟ ਸਹੀ ਹੈ ਲੇਕਿਨ ਇਟ ਹੈਡ 4 ਮੈਂਬਰਸ। ਠੀਕ ਹੈ ਜੀ, ਇਟ ਡਿਡਨਟ ਹੈਡ 5 ਮੈਂਬਰਸ, 4 ਮੈਂਬਰ ਸੀਗੇ ਜੀ। ਸੋ ਇਸ ਵੇ ਨਾਲ ਦੇਖੋ ਤੁਸੀਂ MCQ ਅਟੈਂਪਟ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਪੇਪਰ ਦੇ ਵਿੱਚ। ਠੀਕ ਹੈ ਜੀ, ਸੈਕਿੰਡ ਹੈਗਾ ਰੀਡ ਦਾ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਪਿਟਸ ਇੰਡੀਆ ਐਕਟ 1784। ਠੀਕ ਹੈ ਜੀ, ਪਿਟਸ ਇੰਡੀਆ ਐਕਟ ਨੂੰ ਆਪਾਂ ਅੰਡਰਲਾਈਨ ਕਰ ਲੈਂਦੇ। ਬੋਰਡ ਆਫ ਕੰਟਰੋਲ ਵਾਜ਼ ਐਸਟੈਬਲਿਸ਼ਡ ਫॉर ਪੋਲੀਟੀਕਲ ਅਫੇਅਰ। ਦੇਖੋ ਇੱਕ ਤਾਂ ਬੋਰਡ ਆਫ ਕੰਟਰੋਲ ਨੂੰ ਅੰਡਰਲਾਈਨ ਕਰਨਾ, ਇੱਕ ਪੋਲੀਟੀਕਲ ਅਫੇਅਰ ਨੂੰ ਅੰਡਰਲਾਈਨ ਕਰਨਾ, ਬਿਕੋਜ਼ ਆਪਾਂ ਨੂੰ ਪਤਾ ਕਿ ਪਿਟਸ ਇੰਡੀਆ ਐਕਟ ਦੇ ਅੰਡਰ ਇੱਕ ਤਾਂ ਪੋਲੀਟੀਕਲ ਅਫੇਅਰ ਦੀ ਗੱਲ ਕੀਤੀ ਗਈ ਸੀ, ਕਮਰਸ਼ੀਅਲ ਅਫੇਅਰ ਦੀ ਗੱਲ ਕੀਤੀ ਗਈ ਸੀ। ਦੇਖੋ ਜਦੋਂ ਪਿਟਸ ਇੰਡੀਆ ਐਕਟ ਦੀ ਗੱਲ ਹੋਊਗੀ ਉਹਦੀ ਗੱਲ ਤੁਹਾਡੇ ਦਿਮਾਗ 'ਚ ਵੱਜਣੀ ਚਾਹੀਦੀ ਹੈ ਵੀ ਇਹਦੇ ਅੰਡਰ 2 ਟਾਈਪ ਦੇ ਅਫੇਅਰ ਸੀ, ਇੱਕ ਤਾਂ ਪੋਲੀਟੀਕਲ ਅਫੇਅਰ ਸੀ, ਇੱਕ ਕਮਰਸ਼ੀਅਲ ਅਫੇਅਰ ਸੀ। ਠੀਕ ਹੈ ਜੀ, ਐਂਡ 2 ਟਾਈਪ ਦੀਆਂ ਬੋਡੀ ਸੀਗੀਆਂ। ਠੀਕ ਹੈ ਨਾ, ਦੂਜੀ ਟਾਈਪ ਦੀ ਬੋਡੀ ਕਿਹੜੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਫਿਰ ਦੱਸਦਾ। ਸੈਕੰਡ ਆਪਸ਼ਨ ਕੀ ਹੈ ਕਿ ਕੰਪਨੀਜ਼ ਟੈਰੀਟਰੀਜ਼ ਵਰ ਕਾਲਡ ਐਜ਼ ਬ੍ਰਿਟਿਸ਼ ਪੋਜੈਸ਼ਨਸ। ਹੁਣ ਦੇਖੋ ਕੰਪਨੀਜ਼ ਟੈਰੀਟਰੀਜ਼ ਨੂੰ ਆਪਾਂ ਅੰਡਰਲਾਈਨ ਕਰ ਲਿਆ ਐਂਡ ਬ੍ਰਿਟਿਸ਼ ਪੋਜੈਸ਼ਨਸ ਨੂੰ। ਹੁਣ ਦੇਖੋ ਪੁੱਛਿਆ ਕਿ ਇਹਨਾਂ ਨੇ ਕਰੈਕਟ ਆਪਸ਼ਨ, ਕਰੈਕਟ ਦੀ ਗੱਲ ਕੀਤੀ ਹੈ
ਨਾ ਕਿ ਇਨਕਰੈਕਟ ਦੀ, ਠੀਕ ਹੈ ਨਾ। ਸਮਟਾਈਮਸ ਕੀ ਆ, ਉਹ ਆਪਾਂ ਨੂੰ ਕਹਿ ਦਿੰਦੇ ਆ ਇਨਕਰੈਕਟ, ਲੇਕਿਨ ਪੇਪਰ 'ਚ ਕਈ ਵਾਰ ਆਪਾਂ ਨੂੰ ਇੰਨੀ ਕਾਹਲੀ ਹੁੰਦੀ ਹੈ ਆਪਾਂ ਇਨਕਰੈਕਟ ਨੂੰ ਦੇਖ ਨਹੀਂ ਪਾਉਂਦੇ ਮੂਹਰਲੇ ਨੂੰ, ਇਸ ਕਰਕੇ ਆਪਾਂ ਇਹਨੂੰ ਪਹਿਲੇ ਅੰਡਰਲਾਈਨ ਕਰ ਲਿਆ ਵੀ ਕਰੈਕਟ ਆਪਸ਼ਨ ਦੀ ਗੱਲ ਕੀਤੀ ਗਈ ਹੈ ਇਹਨਾਂ ਦੋਨਾਂ ਦੇ ਵਿੱਚ, ਠੀਕ ਹੈ ਜੀ। ਹੁਣ ਦੇਖੋ ਆਪਸ਼ਨਸ ਕੀ ਆ, ਓਨਲੀ 1, ਓਨਲੀ 2, ਬੋਥ ਜਾਂ ਨਨ, ਠੀਕ ਹੈ ਜੀ। ਸੋ ਇਹਦਾ ਦੇਖੋ ਰਾਈਟ ਆਂਸਰ ਹੈਗਾ ਬੋਥ। ਬੋਰਡ ਆਫ ਕੰਟਰੋਲ ਐਸਟੈਬਲਿਸ਼ ਕੀਤਾ ਗਿਆ ਸੀਗਾ ਪੋਲੀਟੀਕਲ ਅਫੇਅਰਸ ਦੇ ਲਈ, ਠੀਕ ਹੈ ਜੀ। ਐਂਡ ਇਸ ਤੋਂ ਇਲਾਵਾ ਇਸ ਐਕਟ ਦੇ ਅੰਡਰ ਇੱਕ ਕੋਰਟ ਆਫ ਡਾਇਰੈਕਟਰਸ ਦੀ ਵੀ ਗੱਲ ਕੀਤੀ ਗਈ ਸੀ, ਠੀਕ ਹੈ ਜੀ। ਸੋ ਉਸ ਕੋਰਟ ਆਫ ਡਾਇਰੈਕਟਰਸ ਦਾ ਕੀ ਕੰਮ ਸੀਗਾ, ਇਹਦੇ ਬਾਰੇ ਆਪਾਂ MCQ ਅੱਗੇ ਆਊਗਾ ਉਦੋਂ ਆਪਾਂ ਡਿਸਕਸ਼ਨ ਕਰਾਂਗੇ। ਐਂਡ ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਕੰਪਨੀ ਦੀਆਂ ਟੈਰੀਟਰੀਜ਼ ਨੂੰ ਫॉर ਦੀ ਫਸਟ ਟਾਈਮ ਬ੍ਰਿਟਿਸ਼ ਪੋਜੈਸ਼ਨਸ ਕਿਹਾ ਗਿਆ ਸੀਗਾ, ਠੀਕ ਹੈ। ਦੇਖੋ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹਣਾ, ਸਮਟਾਈਮਸ ਕੀ ਹੁੰਦਾ ਕਿ ਆਪਾਂ ਕੁਐਸਚਨ ਪੜ੍ਹਿਆ ਹੁੰਦਾ, ਲੇਕਿਨ ਜਦੋਂ ਆਪਾਂ ਪੇਪਰ ਦੇ ਵਿੱਚ ਬਹਿੰਦੇ ਹਾਂ, ਪੇਪਰ ਦੇ ਵਿੱਚ ਮਾਈਂਡ 'ਤੇ ਪ੍ਰੈਸ਼ਰ ਹੁੰਦਾ ਤਾਂ ਆਪਾਂ ਭੁੱਲ ਜਾਂਦੇ ਵੀ ਯਾਰ ਪੋਲੀਟੀਕਲ ਅਫੇਅਰ, ਬੋਰਡ ਆਫ ਕੰਟਰੋਲ ਇਹ ਸਹੀ ਹੈ ਇਹ ਗਲਤ ਆ ਨਾ। ਤਾਂ ਤੁਸੀਂ ਜੇਕਰ ਤੁਹਾਡੇ ਮਾਈਂਡ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਡਾਇਲਮਾ ਉਹ ਕ੍ਰੀਏਟ ਹੁੰਦਾ ਤਾਂ ਤੁਸੀਂ ਉਹਦੀ ਕੁਐਸਚਨ ਅਟੈਂਪਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ, ਉਹਨੂੰ ਹਾਲ ਦੀ ਘੜੀ ਛੱਡ ਦੇਣਾ, ਸੋ ਦੈਟ ਕਿ ਜਦੋਂ ਤੁਸੀਂ ਸੈਕਿੰਡ ਰਾਊਂਡ ਆਪਦਾ ਸਟਾਰਟ ਕਰੋਗੇ ਉਦੋਂ ਇਸ ਟਾਈਪ ਦੇ ਕੁਐਸਚਨਾਂ ਦੇ ਉੱਪਰ ਨਿਗਾਹ ਮਾਰਿਆ, ਪਹਿਲੀ ਘੜੀ 'ਚ ਇਹਨੂੰ ਛੱਡ ਦੇਣਾ ਫਿਰ ਤੁਸੀਂ। ਥਰਡ ਹੈਗੀ ਹੈ ਜੀ, ਰੀਡ ਦਾ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਗਵਰਨਮੈਂਟ ਆਫ ਇੰਡੀਆ ਐਕਟ 1858, ਇਟ ਪ੍ਰੋਵਾਈਡਡ ਫॉर ਡੈਜ਼ਿਗਨੇਸ਼ਨ ਆਫ ਵਾਇਸਰਾਏ ਆਫ ਇੰਡੀਆ, ਇਹਨੂੰ ਆਪਾਂ ਅੰਡਰਲਾਈਨ ਕਰ ਲਿਆ, ਫਸਟ ਆਪਸ਼ਨ ਹੈ ਜੀ। ਸੈਕੰਡ ਆਪਸ਼ਨ ਕੀ ਹੈ, ਨਿਊ ਆਫਿਸ ਆਫ ਸੈਕਰੇਟਰੀ ਆਫ ਸਟੇਟ ਵਾਸ ਸਟੈਬਲਿਸ਼ਡ, ਸੈਕਰੇਟਰੀ ਆਫ ਸਟੇਟ ਨੂੰ ਆਪਾਂ ਅੰਡਰਲਾਈਨ ਕਰ ਲਿਆ। ਥਰਡ ਕੀ ਹੈ ਕਿ 20 ਮੈਂਬਰ ਕਾਊਂਸਲ ਆਫ ਇੰਡੀਆ ਵਾਸ ਸਟੈਬਲਿਸ਼ਡ, ਠੀਕ ਹੈ। ਕਰੈਕਟ ਆਪਸ਼ਨ ਦੀ ਗੱਲ ਕੀਤੀ ਇਹਨਾਂ ਨੇ, ਇਹਨਾਂ 'ਚੋਂ ਕਰੈਕਟ ਕਿਹੜੇ ਆ, ਤਾਂ A ਆਪਸ਼ਨ ਕੀ ਕਹਿੰਦੀ ਹੈ ਆਪਾਂ ਨੂੰ ਓਨਲੀ 1 and 2, B ਆਪਸ਼ਨ ਕੀ ਕਹਿੰਦੀ ਹੈ ਆਪਾਂ ਨੂੰ ਓਨਲੀ 2 and 3, C ਆਪਸ਼ਨ ਕੀ ਕਹਿੰਦੀ ਹੈ ਓਨਲੀ 1 and 3, D ਆਪਸ਼ਨ ਆਪਾਂ ਨੂੰ ਕਹਿੰਦੀ ਹੈ ਆਲ ਆਫ ਦਾ ਅਬਵ। ਸੋ ਇਹਦਾ ਰਾਈਟ ਆਂਸਰ ਹੈਗਾ ਜੀ A, 1 and 2, 1 ਆਪਸ਼ਨ ਵੀ ਸਹੀ ਹੈ, 2 ਆਪਸ਼ਨ ਵੀ ਸਹੀ ਹੈ, ਲੇਕਿਨ ਥਰਡ ਆਪਸ਼ਨ ਇੱਥੇ ਰੋਂਗ ਆ ਬਿਕੋਜ਼ 20 ਮੈਂਬਰ ਕਾਊਂਸਲ ਸਟੈਬਲਿਸ਼ ਨਹੀਂ ਕੀਤੀ ਗਈ ਸੀ, 15 ਮੈਂਬਰ ਜਿਹੜੀ ਕਾਊਂਸਲ ਆ ਉਹ ਸਟੈਬਲਿਸ਼ ਕੀਤੀ ਗਈ ਸੀ, ਠੀਕ ਹੈ ਜੀ। ਸੋ ਇਹਨਾਂ ਮਾਈਨਰ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈਗਾ। ਫੋਰਥ ਕੁਐਸਚਨ ਹੈਗਾ ਜੀ, ਰੀਡ ਦਾ ਫੋਲੋਇੰਗ ਸਟੇਟਮੈਂਟਸ, ਗਵਰਨਰ ਜਨਰਲ ਆਫ ਇੰਡੀਆ ਵਾਜ ਕ੍ਰੀਏਟਡ ਥਰੂ ਚਾਰਟਰ ਐਕਟ ਆਫ 1833, ਦੇਖੋ ਗਵਰਨਰ ਜਨਰਲ ਆਫ ਇੰਡੀਆ ਨੂੰ ਅੰਡਰਲਾਈਨ ਕੀਤਾ ਆਪਾਂ, ਚਾਰਟਰ ਐਕਟ ਆਫ 1833 ਨੂੰ ਅੰਡਰਲਾਈਨ ਕਰ ਲਿਆ, ਠੀਕ ਹੈ। ਇਹ ਆਪਾਂ ਦੇਖਾਂਗੇ ਅੱਗੇ ਕਿ ਸਹੀ ਹੈ ਕਿ ਗਲਤ ਆ। ਸੈਕੰਡ ਹੈਗਾ, ਕੋਰਟ ਆਫ ਡਾਇਰੈਕਟਰ ਵਾਸ ਟੂ ਹੈਂਡਲ ਕਮਰਸ਼ੀਅਲ ਅਫੇਅਰ ਅੰਡਰ ਪਿਟਸ ਇੰਡੀਆ ਐਕਟ 1784, ਹੁਣ ਕਰੈਕਟ ਆਪਸ਼ਨ ਦੇਖਣੀ ਆਪਾਂ, ਠੀਕ ਹੈ ਜੀ। ਇਹਨਾਂ ਚੋਂ ਕਰੈਕਟ ਕੀ ਹੈ, ਓਨਲੀ 1 ਆ, ਓਨਲੀ 2 ਆ, ਬੋਥ ਆ ਜਾਂ ਨਨ। ਫਸਟ ਆਪਸ਼ਨ ਦੇਖੋ ਬਿਲਕੁਲ ਸਹੀ ਹੈ, ਗਵਰਨਰ ਜਨਰਲ ਆਫ ਇੰਡੀਆ ਦਾ ਜਿਹੜਾ ਆਫਿਸ ਸੀਗਾ ਇਹ ਕ੍ਰੀਏਟ ਕੀਤਾ ਗਿਆ ਸੀ ਚਾਰਟਰ ਐਕਟ ਆਫ 1833 ਦੇ ਰਾਹੀਂ। ਦੇਖੋ ਇੱਕ ਗਵਰਨਰ ਆਫ ਬੰਗਾਲ ਸੀਗਾ, ਇੱਕ ਗਵਰਨਰ ਜਨਰਲ ਆਫ ਬੰਗਾਲ ਸੀਗਾ, ਇੱਕ ਗਵਰਨਰ ਜਨਰਲ ਆਫ ਇੰਡੀਆ ਆ ਗਿਆ, ਐਂਡ ਅੱਗੇ ਇੱਕ ਆਪਾਂ ਵਾਇਸਰਾਏ ਵੀ ਪੜਾਂਗੇ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ, ਠੀਕ ਹੈ ਜੀ। ਹੁਣ ਗਵਰਨਰ ਜਨਰਲ ਆਫ ਇੰਡੀਆ ਨੂੰ ਚਾਰਟਰ ਐਕਟ ਆਫ 1833 ਦੇ ਅੰਡਰ ਕ੍ਰੀਏਟ ਕੀਤਾ ਗਿਆ ਸੀ। ਦੇਖੋ ਤੁਹਾਨੂੰ ਉਲਝਾਉਣ ਦੀ ਖਾਤਰ ਉਹ 1853 ਪਾ ਕੇ ਦੇ ਸਕਦੇ, ਜੇ 1853 ਇੱਥੇ ਹੁੰਦਾ ਤਾਂ ਇਹ ਸਟੇਟਮੈਂਟ ਰੋਂਗ ਹੋ ਜਾਣੀ ਸੀ, ਠੀਕ ਹੈ ਜੀ। ਸੈਕੰਡਲੀ ਕੋਰਟ ਆਫ ਡਾਇਰੈਕਟਰ ਜਿਹੜੇ ਹੈਗੇ ਆ ਉਹਦਾ ਕੰਮ ਸੀਗਾ ਕਮਰਸ਼ੀਅਲ ਅਫੇਅਰ ਨੂੰ ਹੈਂਡਲ ਕਰਨਾ, ਇਹ ਬਿਲਕੁਲ ਸਹੀ ਹੈ। ਸੋ ਇਹਦਾ ਰਾਈਟ ਆਂਸਰ ਕੀ ਹੋ ਜਾਂਦਾ, C ਹੋ ਜਾਂਦਾ। ਦੇਖੋ ਕੋਰਟ ਆਫ ਡਾਇਰੈਕਟਰ ਦੀ ਗੱਲ ਵੀ ਆਪਾਂ ਕਰ ਲਈ, ਪਿਟਸ ਇੰਡੀਆ ਐਕਟ ਦੇ ਅੰਡਰ ਆਪਾਂ ਇੱਕ ਬੋਰਡ ਆਫ ਕੰਟਰੋਲ ਦੀ ਗੱਲ ਵੀ ਕੀਤੀ ਸੀ। ਸੋ ਜਿਹੜੇ ਇਹ ਬੋਰਡ ਆਫ ਕੰਟਰੋਲ ਐਂਡ ਕੋਰਟ ਆਫ ਡਾਇਰੈਕਟਰ ਸੀਗੇ, ਇਹਨਾਂ ਕਰਕੇ ਹੀ ਉਸ ਵੇਲੇ ਦੇ ਸਿਸਟਮ ਨੂੰ ਕਹਿੰਦੇ ਸੀਗੇ ਡਿਊਲ ਸਿਸਟਮ, ਡਬਲ ਗਵਰਨਮੈਂਟ ਵੀ ਕਹਿ ਦਿੰਦੇ ਸੀਗੇ, ਠੀਕ ਹੈ। ਅੱਗੇ ਆ ਗਿਆ ਜੀ ਫਿਫਥ ਕੁਐਸਚਨ, ਵਿਚ ਆਫ ਦਾ ਫੋਲੋਇੰਗ ਐਕਟ ਡਿਪਰਾਈਵਡ ਗਵਰਨਰ ਆਫ ਬੰਬੇ ਐਂਡ ਮਦਰਾਸ ਆਫ देयर ਲੈਜਿਸਲੇਟਿਵ ਪਾਵਰਸ। A ਆਪਸ਼ਨ ਕੀ ਹੈ, ਰੈਗੂਲੇਟਿੰਗ ਐਕਟ ਆਫ 1773, B ਐਕਟ ਕੀ ਹੈ, B ਆਪਸ਼ਨ ਕੀ ਹੈ, ਪਿਟਸ ਇੰਡੀਆ ਐਕਟ, C ਚਾਰਟਰ ਐਕਟ ਆਫ 1833, D ਹੈਗਾ ਚਾਰਟਰ ਐਕਟ ਆਫ 1853। ਸੋ ਇਹਦਾ ਰਾਈਟ ਆਂਸਰ ਹੈਗਾ ਜੀ ਚਾਰਟਰ ਐਕਟ ਆਫ 1833। ਸਿਕਸਥ ਕੁਐਸਚਨ ਹੈਗਾ, ਵਿਚ ਆਫ ਦਾ ਫੋਲੋਇੰਗ ਇੰਟਰੋਡਿਊਸਡ ਥਰੂ ਚਾਰਟਰ ਐਕਟ ਆਫ 1853, ਵਿਚ ਆਫ ਦਾ ਫੋਲੋਇੰਗ ਇੰਟਰੋਡਿਊਸਡ, ਠੀਕ ਹੈ ਨਾ, ਇੰਟਰੋਡਿਊਸਡ ਆ ਇੱਥੇ ਨੋਟ ਨਹੀਂ ਪਾਇਆ ਹੋਇਆ ਉਹਨਾਂ ਨੇ। 1853 ਐਕਟ ਦੀ ਗੱਲ ਕਰਦੇ ਆ, ਓਪਨਿੰਗ ਆਫ ਸਿਵਲ ਸਰਵਿਸਿਜ਼ ਫॉर ਇੰਡੀਅਨਸ, ਠੀਕ ਹੈ ਜੀ। ਸੈਕੰਡ ਆਪਸ਼ਨ ਕੀ ਹੈ, ਲੋਕਲ ਰਿਪਰੈਜ਼ੈਂਟੇਸ਼ਨ ਇਨ ਇੰਡੀਅਨ ਲੈਜਿਸਲੇਟਿਵ ਕਾਊਂਸਲ। ਅੱਗੇ ਕੀ ਪੁੱਛਿਆ ਇਹਨਾਂ ਨੇ ਆਪਾਂ ਨੂੰ, ਕਰੈਕਟ ਬਾਰੇ ਪੁੱਛਿਆ ਹੋਇਆ।
ਸੋ ਆਪਸ਼ਨਸ ਕੀ ਆਪਣੇ ਕੋਲੇ ਓਨਲੀ 1, ਓਨਲੀ 2, ਬੋਥ ਔਰ ਨਨ। ਸੋ ਇਹਦਾ ਰਾਈਟ ਆਂਸਰ ਦੇਖੋ ਜੀ ਕੀ ਹੈਗਾ ਸੀ, ਬੋਥ ਆਪਸ਼ਨਸ ਜਿਹੜੀਆਂ ਹੈਗੀਆਂ ਉਹ ਰਾਈਟ। 7th ਕੁਐਸਚਨ ਦੇਖੋ ਅੱਗੇ ਆਪਾਂ ਦੇਖਦੇ ਹੈਗੇ ਆ, ਹੂ ਵਾਸ ਦਾ ਫਸਟ ਗਵਰਨਰ ਜਨਰਲ ਆਫ ਬੰਗਾਲ। ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਇੱਕ ਤਾਂ ਗਵਰਨਰ ਦੀ ਗੱਲ ਹੋਈ ਹੈ, ਇੱਕ ਗਵਰਨਰ ਜਨਰਲ ਆਫ ਬੰਗਾਲ ਦੀ ਗੱਲ ਹੋਈ ਹੈ, ਇੱਕ ਗਵਰਨਰ ਜਨਰਲ ਆਫ ਇੰਡੀਆ ਦੀ ਗੱਲ ਹੋਊਗੀ ਐਂਡ ਇੱਕ ਵਾਇਸਰਾਏ ਦੀ ਗੱਲ ਹੋਊਗੀ। ਇਹਨਾਂ ਸਾਰਾ ਤੁਸੀਂ ਧਿਆਨ ਰੱਖਣਾ ਕਿ ਉਹ ਫਸਟ ਪਰਸਨ ਕੌਣ ਸੀ ਜਿਨ੍ਹਾਂ ਨੇ ਇਸ ਪੋਜੀਸ਼ਨ ਨੂੰ ਹੋਲਡ ਕੀਤਾ, ਠੀਕ ਹੈ ਨਾ, ਐਂਡ ਕਿਹੜੇ ਕਿਹੜੇ ਐਕਟ ਦੇ ਥਰੂ ਜਿਹੜੇ ਇਹ ਡੈਜ਼ਿਗਨੇਸ਼ਨ ਸੀਗੇ ਇਹ ਇੰਟਰੋਡਿਊਸ ਕੀਤੇ ਗਏ ਸੀ, ਠੀਕ ਹੈ ਜੀ। ਸੋ ਫਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਸੀਗੇ ਜੀ, ਵਾਰਨ ਹੇਸਟਿੰਗਸ। ਅੱਗੇ ਆ ਜਾਂਦਾ ਜੀ ਕਿ ਹੂ ਵਾਸ ਦਾ ਫਸਟ ਗਵਰਨਰ ਜਨਰਲ ਆਫ ਇੰਡੀਆ। ਸੋ ਗਵਰਨਰ ਜਨਰਲ ਆਫ ਇੰਡੀਆ ਦੇਖੋ ਜਿਹੜੀ ਡੈਜ਼ਿਗਨੇਸ਼ਨ ਆ ਉਹ ਪਹਿਲਾਂ ਹੀ ਦੇਖ ਚੁੱਕੇ ਆ ਕਿ ਚਾਰਟਰ ਐਕਟ ਆਫ 1833 ਦੇ ਅੰਡਰ ਇੰਟਰੋਡਿਊਸ ਕੀਤੀ ਗਈ ਸੀ, ਐਂਡ ਇੰਡੀਆ ਦਾ ਫਸਟ ਗਵਰਨਰ ਜਨਰਲ ਕੌਣ ਸੀਗੇ ਜੀ, ਗਵਰਨਰ ਜਨਰਲ ਆਫ ਇੰਡੀਆ ਉਹ ਹੈਗੇ ਸੀਗੇ ਵਿਲੀਅਮ ਬੈਂਟਿੰਗ। 9th ਹੈਗਾ ਜੀ ਹੂ ਵਾਸ ਦਾ ਫਸਟ ਵਾਇਸਰਾਏ ਆਫ ਇੰਡੀਆ। ਹੁਣ ਦੇਖੋ ਜੋ ਵਾਇਸਰਾਏ ਆਫ ਇੰਡੀਆ ਦੀ ਪੋਜੀਸ਼ਨ ਆ ਉਹ ਇੰਟਰੋਡਿਊਸ ਕੀਤੀ ਗਈ ਸੀ 1858 ਦੇ ਐਕਟ ਦੇ ਅੰਡਰ। ਸੋ ਫਸਟ ਵਾਇਸਰਾਏ ਆਫ ਇੰਡੀਆ ਕੌਣ ਸੀਗੇ, ਲਾਰਡ ਕੈਨਿੰਗ। ਅੱਗੇ 10th ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਐਕਟ ਵਾਸ ਕਾਲਡ ਐਕਟ ਫॉर द ਗੁੱਡ ਗਵਰਨਮੈਂਟ ਆਫ ਇੰਡੀਆ। ਆਪਸ਼ਨਸ ਹੈਗੀਆਂ ਗਵਰਨਮੈਂਟ ਆਫ ਇੰਡੀਆ ਐਕਟ 1858, ਇੰਡੀਅਨ ਕਾਉਂਸਲ ਐਕਟ 1892, ਗਵਰਨਮੈਂਟ ਆਫ ਇੰਡੀਆ ਐਕਟ 1999, ਗਵਰਨਮੈਂਟ ਆਫ ਇੰਡੀਆ ਐਕਟ 1935। ਸੋ ਇਹਦਾ ਰਾਈਟ ਆਂਸਰ ਕੀ ਹੈ ਜੀ, ਗਵਰਨਮੈਂਟ ਆਫ ਇੰਡੀਆ ਐਕਟ 1858, ਬਿਕੋਜ਼ ਆਪਾਂ ਨੂੰ ਪਤਾ ਕਿ 1857 ਦੇ ਵਿੱਚ ਰਿਵੋਲਟ ਹੋ ਕੇ ਹਟਿਆ ਹੁੰਦਾ। ਸੋ ਉਸ ਰਿਵੋਲਟ ਤੋਂ ਬਾਅਦ ਜਿਹੜਾ ਗਵਰਨੈਂਸ ਹੁੰਦਾ ਉਹਨੂੰ ਗੁੱਡ ਬਣਾਉਣ ਵਾਸਤੇ ਐਕਟ ਲੈ ਕੇ ਆਂਦਾ ਜਾਂਦਾ। ਨੈਕਸਟ ਹੈਗਾ ਜੀ, ਸਿਸਟਮ ਆਫ ਡਬਲ ਗਵਰਨਮੈਂਟ ਵਾਸ ਐਂਡਡ ਬਾਏ। A option Government of India Act 1858, Indian Council Act 1892, Government of India Act 1919, Government of India Act 1935। ਸੋ ਇਹਨੂੰ ਐਂਡ ਕੀਤਾ ਗਿਆ ਸੀਗਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਥਰੂ। ਦੇਖੋ ਜਿਹੜਾ ਇਹ ਡਿਊਲ ਸਿਸਟਮ ਸੀਗਾ ਜਾਂ ਡਬਲ ਗਵਰਨਮੈਂਟ ਸੀਗਾ, ਇਹ ਸਿਸਟਮ ਆਪਾਂ ਨੂੰ ਪਤਾ ਕਿ ਸ਼ੁਰੂ ਹੋਇਆ ਸੀਗਾ 1784 ਦੇ ਐਕਟ ਦੇ ਅੰਡਰ, ਬਿਕੋਜ਼ ਆਪਾਂ ਨੂੰ ਪਤਾ ਕਿ ਜੋ ਕੋਰਟ ਆਫ ਡਾਇਰੈਕਟਰ ਐਂਡ ਬੋਰਡ ਆਫ ਕੰਟਰੋਲ ਜਿਹੜਾ ਸਿਸਟਮ ਸੀਗਾ ਉਹਦੇ ਕਰਕੇ ਹੀ ਇਹਨੂੰ ਡਬਲ ਗਵਰਨਮੈਂਟ ਕਿਹਾ ਜਾਂਦਾ ਸੀ। ਹੁਣ ਕੁਐਸਚਨ ਨੰਬਰ 12 ਹੈਗਾ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਰਿਗਾਰਡਿੰਗ ਚਾਰਟਰ ਐਕਟ ਆਫ 1833। ਈਸਟ ਇੰਡੀਆ ਕੰਪਨੀ ਬਿਕਮ ਟੋਟਲੀ ਕਮਰਸ਼ੀਅਲ ਬੋਡੀ। ਦੇਖੋ ਈਸਟ ਇੰਡੀਆ ਕੰਪਨੀ ਨੂੰ ਆਪਾਂ ਅੰਡਰਲਾਈਨ ਕਰ ਲੈਂਦੇ ਹਾਂ। ਪਹਿਲਾਂ ਤਾਂ ਦੇਖੋ ਤੁਸੀਂ ਇਹ ਦੇਖਣਾ ਕਿ ਇਹਨਾਂ ਨੇ ਪੁੱਛਿਆ ਟਰੂ, ਠੀਕ ਹੈ, ਟਰੂ ਕਿਹਦੇ ਰਿਗਾਰਡਿੰਗ, ਚਾਰਟਰ ਐਕਟ ਆਫ 1833 ਦੇ ਰਿਗਾਰਡਿੰਗ, ਠੀਕ ਹੈ। ਈਸਟ ਇੰਡੀਆ ਕੰਪਨੀ ਬਿਕੇਮ ਟੋਟਲੀ ਕਮਰਸ਼ੀਅਲ ਬੋਡੀ। ਸੈਕੰਡ ਆਪਸ਼ਨ ਕੀ ਹੈ, ਇਟ ਓਪਨਡ ਸਿਵਲ ਸਰਵਿਸਿਜ਼ ਫॉर ਇੰਡੀਅਨਸ, ਸਿਵਲ ਸਰਵਿਸਿਜ਼ ਫॉर ਇੰਡੀਅਨਸ। ਦੇਖੋ ਆਪਸ਼ਨਸ ਕੀ ਆ, ਓਨਲੀ 1, ਓਨਲੀ 2, ਬੋਥ ਔਰ ਨਨ। ਹੁਣ ਆਪਾਂ ਦੇਖਦੇ ਹੈਗੇ ਜੀ, ਈਸਟ ਇੰਡੀਆ ਕੰਪਨੀ ਬਿਕੇਮ ਟੋਟਲੀ ਕਮਰਸ਼ੀਅਲ ਬੋਡੀ, ਇਹ ਸਟੇਟਮੈਂਟ ਇੱਥੇ ਰੋਂਗ ਹੋ ਜਾਂਦੀ ਹੈ ਜੀ, ਬਿਕੋਜ਼ ਟੋਟਲੀ ਕਮਰਸ਼ੀਅਲ ਬੋਡੀ ਨਹੀਂ ਬਣੀ ਸੀਗੀ, ਐਡਮਿਨਿਸਟ੍ਰੇਟਿਵ ਬੋਡੀ ਬਣੀ ਸੀ, ਠੀਕ ਹੈ। ਸੋ ਫਸਟ ਸਟੇਟਮੈਂਟ ਹੋ ਜਾਂਦੀ ਹੈ ਰੋਂਗ। ਸੈਕੰਡ ਸਟੇਟਮੈਂਟ ਕੀ ਹੈ, ਇਟ ਓਪਨਡ ਸਿਵਲ ਸਰਵਿਸਿਜ਼ ਫॉर ਇੰਡੀਅਨਸ। ਦੇਖੋ ਸਿਵਲ ਸਰਵਿਸਿਜ਼ ਫॉर ਇੰਡੀਅਨਸ ਓਪਨ ਕਰਨ ਦੇ ਲਈ ਇਸ ਐਕਟ ਦੇ ਵਿੱਚ ਯਤਨ ਕੀਤੇ ਗਏ ਸੀ, ਲੇਕਿਨ ਉਹ ਸੇਵਾਵਾਂ ਇੰਡੀਅਨਸ ਦੇ ਲਈ ਖੋਲ੍ਹਣੀ ਪਈਆਂ ਸੀਗੀਆਂ ਇਸ ਐਕਟ ਦੇ ਅੰਡਰ। ਸੋ ਇਹ ਆਪਸ਼ਨ ਵੀ ਰੋਂਗ ਹੋ ਜਾਂਦੀ ਹੈ। ਸੋ ਇਟ ਮੀਨਸ ਕਿ ਇਹਦਾ ਰਾਈਟ ਆਂਸਰ ਕੀ ਹੋ ਜਾਂਦਾ, ਡੀ। 13 ਹੈਗਾ ਜੀ ਕਿ ਮਕੌਲੇ ਕਮੇਟੀ ਵਾਜ਼ ਐਸਟੈਬਲਿਸ਼ਡ ਡਿਊਰਿੰਗ ਟਾਈਮ ਪੀਰੀਅਡ ਆਫ ਚਾਰਟਰ ਐਕਟ 1833, ਚਾਰਟਰ ਐਕਟ ਆਫ 1853, ਗਵਰਨਮੈਂਟ ਆਫ ਇੰਡੀਆ ਐਕਟ 1858, ਗਵਰਨਮੈਂਟ ਆਫ ਇੰਡੀਆ ਐਕਟ 1999। ਦੇਖੋ ਇਹ ਜਿਹੜੀ ਕਮੇਟੀ ਸੀਗੀ ਨਾ ਇਹ ਸਿਵਲ ਸਰਵਿਸਿਜ਼ ਨਾਲ ਰਿਲੇਟਡ ਸੀਗੀ, ਐਂਡ ਆਪਾਂ ਨੂੰ ਇਸ ਚੀਜ਼ ਦਾ ਪਤਾ ਕਿ ਚਾਰਟਰ ਐਕਟ ਆਫ 1853 ਦੇ ਵਿੱਚ ਜਿਹੜੀਆਂ ਇਹ ਸਰਵਿਸਿਜ਼ ਸੀਗੀਆਂ ਨਾ ਉਹ ਇੰਡੀਅਨਸ ਦੇ ਵਾਸਤੇ ਖੋਲ੍ਹੀਆਂ ਗਈਆਂ ਸੀਗੀਆਂ। ਸੋ ਇਹਦਾ ਰਾਈਟ ਆਂਸਰ ਕੀ ਹੋ ਜਾਂਦਾ, ਚਾਰਟਰ ਐਕਟ ਆਫ 1853। ਸੋ 14th ਕੁਐਸਚਨ ਦੇਖਦੇ ਹਾਂ ਆਪਾਂ, ਇੰਡੀਅਨ ਲੈਜਿਸਲੇਟਿਵ ਕਾਉਂਸਲ ਵਾਜ਼ ਐਸਟੈਬਲਿਸ਼ਡ ਅੰਡਰ ਚਾਰਟਰ ਐਕਟ ਆਫ 1833, ਚਾਰਟਰ ਐਕਟ ਆਫ 1853, ਗਵਰਨਮੈਂਟ ਆਫ ਇੰਡੀਆ ਐਕਟ 1858, ਗਵਰਨਮੈਂਟ ਆਫ ਇੰਡੀਆ ਐਕਟ 1919। ਸੋ ਦੇਖੋ ਇਹਦਾ ਰਾਈਟ ਆਂਸਰ ਹੈਗਾ ਜੀ ਚਾਰਟਰ ਐਕਟ ਆਫ 1853, ਬਿਕੋਜ਼ ਆਪਾਂ ਨੂੰ ਇਸ ਚੀਜ਼ ਦਾ ਪਤਾ ਕਿ ਇਸ ਐਕਟ ਦੇ ਅੰਡਰ ਜਿਹੜੀਆਂ ਸੀਗੀਆਂ ਇੰਡੀਅਨਸ ਦੀ ਐਂਟਰੀ ਸ਼ੁਰੂ ਹੁੰਦੀ ਹੈਗੀ ਹੈ ਜੀ
ਲੈਜਿਸਲੇਟਿਵ ਕਾਉਂਸਲ ਦੇ ਵਿੱਚ ਐਂਡ ਉਸ ਲੈਜਿਸਲੇਟਿਵ ਕਾਉਂਸਲ ਨੂੰ ਨਾਂ ਦਿੱਤਾ ਜਾਂਦਾ ਹੈਗਾ ਇੰਡੀਅਨ ਲੈਜਿਸਲੇਟਿਵ ਕਾਉਂਸਲ ਦਾ। ਸੋ ਨੈਕਸਟ ਕੁਐਸਚਨ ਹੈਗਾ ਜੀ, ਸਿਸਟਮ ਆਫ ਇੰਡੀਅਨ ਰਿਪਰੈਜ਼ੈਂਟੇਸ਼ਨ ਇਨ ਇੰਡੀਅਨ ਲੈਜਿਸਲੇਟਿਵ ਕਾਉਂਸਲ ਵਾਜ਼ ਇੰਟਰੋਡਿਊਸਡ ਬਾਏ ਚਾਰਟਰ ਐਕਟ 1833, ਚਾਰਟਰ ਐਕਟ 1853, ਗਵਰਨਮੈਂਟ ਆਫ ਇੰਡੀਆ ਐਕਟ 1858, ਗਵਰਨਮੈਂਟ ਆਫ ਇੰਡੀਆ ਐਕਟ 1919। ਸੋ ਇਹਦਾ ਰਾਈਟ ਆਂਸਰ ਹੈਗਾ ਜੀ ਚਾਰਟਰ ਐਕਟ ਆਫ 1853। ਅੱਗੇ ਹੈਗਾ ਵਿਚ ਆਫ ਦਾ ਫੋਲੋਇੰਗ ਵਾਜ਼ ਨੋਮੀਨੇਟਡ ਬਾਏ ਲਾਰਡ ਕੈਨਿੰਗ ਟੂ ਹਿਸ ਕਾਉਂਸਲ। ਫਸਟ ਹੈਗਾ ਰਾਜਾ ਆਫ ਬਨਾਰਸ, ਸੈਕੰਡ ਆਪਸ਼ਨ ਹੈਗੀ ਹੈ ਰਾਜਾ ਆਫ ਗੋਲਕੋਂਡਾ, ਥਰਡ ਹੈਗੀ ਹੈ ਮਹਾਰਾਜਾ ਆਫ ਨਾਭਾ, ਫੋਰਥ ਹੈਗੀ ਹੈ ਸਰ ਦਿਨਕਰ ਰਾਓ। ਸੋ ਕਰੈਕਟ ਆਪਸ਼ਨਸ ਕੀ ਹੈ ਦੇਖੋ ਜੀ, ਇਹਦੇ ਵਿੱਚ ਕਰੈਕਟ ਪੁੱਛਿਆ ਗਿਆ ਦੇਖੋ ਓਨਲੀ 1 and 2, ਓਨਲੀ 1 and 4, C ਓਨਲੀ 2 and 3 ਐਂਡ D ਓਨਲੀ 1, 3 and 4। ਸੋ ਦੇਖੋ ਇਹਦਾ ਰਾਈਟ ਆਂਸਰ ਕੀ ਹੈਗਾ ਜੀ ਓਨਲੀ 1 and 4। ਠੀਕ ਹੈ, ਰਾਜਾ ਆਫ ਬਨਾਰਸ ਦਾ ਪਾਰਟ ਸੀਗੇ, ਸਰ ਦਿਨਕਰ ਰਾਓ ਦਾ ਪਾਰਟ ਸੀਗੇ, ਲੇਕਿਨ ਰਾਜਾ ਆਫ ਗੋਲਕੋਂਡਾ ਦਾ ਪਾਰਟ ਨਹੀਂ ਸੀਗੇ, ਨਾ ਹੀ ਮਹਾਰਾਜਾ ਆਫ ਨਾਭਾ ਇਹਦਾ ਪਾਰਟ ਸੀ। ਸੋ ਇੱਥੇ ਜੇ ਮਹਾਰਾਜਾ ਆਫ ਪਟਿਆਲਾ ਸਹੀ ਹੁੰਦਾ ਤਾਂ ਉਹਦੀ ਆਪਸ਼ਨ ਕੀ ਹੋ ਜਾਣੀ ਸੀ ਓਨਲੀ 1, 3 and 4। ਤਿੰਨ ਪਰਸਨੈਲਿਟੀਜ਼ ਨੂੰ ਦੇਖੋ ਨੋਮੀਨੇਟ ਕੀਤਾ ਗਿਆ ਸੀਗਾ, ਰਾਜਾ ਆਫ ਬਨਾਰਸ ਸੀਗੇ, ਮਹਾਰਾਜਾ ਆਫ ਪਟਿਆਲਾ ਸੀਗੇ ਐਂਡ ਸਰ ਦਿਨਕਰ ਰਾਓ ਸੀ। ਅੱਗੇ ਹੈਗੇ ਜੀ ਕਿ ਲੈਜਿਸਲੇਟਿਵ ਪਾਵਰਸ ਆਫ ਬੰਬੇ ਐਂਡ ਮਦਰਾਸ ਪ੍ਰੈਜ਼ੀਡੈਂਸੀਜ਼ ਵਰ ਰੀਸਟੋਰਡ ਬਾਏ। ਦੇਖੋ ਰੀਸਟੋਰ ਦੀ ਗੱਲ ਕੀਤੀ ਹੋਈ ਹੈ ਇਹਨਾਂ ਨੇ। ਸੋ ਆਪਸ਼ਨਸ ਕੀ ਹੈ ਚਾਰਟਰ ਐਕਟ 1833, ਚਾਰਟਰ ਐਕਟ 1853, ਗਵਰਨਮੈਂਟ ਆਫ ਇੰਡੀਆ ਐਕਟ 1858, ਕਾਉਂਸਲ ਐਕਟ 1861। ਸੋ ਇਹਦਾ ਦੇਖੋ ਰਾਈਟ ਆਂਸਰ ਕੀ ਹੈਗਾ ਜੀ ਡੀ, ਕਾਉਂਸਲ ਐਕਟ 1861। ਦੇਖੋ ਇਸ ਚੀਜ਼ ਦਾ ਆਪਾਂ ਨੂੰ ਪਤਾ ਕਿ ਇਹਨਾਂ ਨੂੰ ਇਹਨਾਂ ਦੀਆਂ ਪਾਵਰਸ ਤੋਂ ਡਿਪਰਾਈਵ ਕੀਤਾ ਗਿਆ ਸੀਗਾ 1833 ਦੇ ਐਕਟ ਦੇ ਅੰਡਰ। ਠੀਕ ਹੈ, ਲੇਕਿਨ ਰੀਸਟੋਰ ਕੀਤੀ ਗਈਆਂ ਪਾਵਰਾਂ 1861 ਦੇ ਐਕਟ ਦੇ ਅੰਡਰ। ਸੋ ਇਹਨਾਂ ਗੱਲਾਂ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ। ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਰਿਗਾਰਡਿੰਗ ਕਾਉਂਸਲ ਐਕਟ ਆਫ 1861, ਇਟ ਗੇਵ ਰਿਕਗਨੀਸ਼ਨ ਟੂ ਪੋਰਟਫੋਲੀਓ ਸਿਸਟਮ। ਰਿਕਗਨੀਸ਼ਨ ਨੂੰ ਅੰਡਰਲਾਈਨ ਕੀਤਾ, ਪੋਰਟਫੋਲੀਓ ਸਿਸਟਮ ਨੂੰ ਅੰਡਰਲਾਈਨ ਕੀਤਾ। ਵਾਇਸਰਾਏ was empowered to issue ordinance having life of 3 months। ਠੀਕ ਹੈ ਜੀ, ਹੁਣ ਇਹਨਾਂ ਨੇ ਕਰੈਕਟ ਪੁੱਛਿਆ ਆਪਾਂ ਨੂੰ ਕਿ ਓਨਲੀ 1 ਕਰੈਕਟ ਆ, ਓਨਲੀ 2 ਕਰੈਕਟ ਆ, ਬੋਥ ਕਰੈਕਟ ਆ ਜਾਂ ਨॉन ਕਰੈਕਟ ਆ। ਤਾਂ ਇਹਦਾ ਸਹੀ ਆਂਸਰ ਹੈਗਾ ਜੀ ਏ ਓਨਲੀ 1, ਬਿਕੋਜ਼ ਜੋ ਆਰਡੀਨੈਂਸ ਇਸ਼ੂ ਕਰਨ ਦੀ ਪਾਵਰ ਸੀ ਉਸ ਪਾਵਰ ਦੇ ਅੰਡਰ ਜੋ ਆਰਡੀਨੈਂਸ ਸੀਗਾ ਉਹ 3 ਮੰਥ ਨਹੀਂ ਸੀਗੇ, ਉਹ 6 ਮੰਥ ਦੇ ਲਈ ਇਸ਼ੂ ਕੀਤਾ ਜਾ ਸਕਦਾ ਸੀ। ਅੱਗੇ 19th ਕੁਐਸਚਨ ਹੈਗਾ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟਲੀ ਮੈਚਡ। ਗਵਰਨਮੈਂਟ ਆਫ ਇੰਡੀਆ ਐਕਟ 1919 ਇਹਨੂੰ ਕਹਿੰਦੇ ਸੀ, ਕਹਿੰਦੇ ਮੋਰਲੇ ਮਿੰਟੋ ਰਿਫਾਰਮ। ਗਵਰਨਮੈਂਟ ਆਫ ਇੰਡੀਆ ਐਕਟ 1909 ਚੈਮਸਫੋਰਡ ਰਿਫਾਰਮ। ਇਹ ਕਹਿੰਦੇ ਦੱਸੋ ਓਨਲੀ 1 ਟਰੂ ਆ, ਓਨਲੀ 2 ਟਰੂ ਆ, ਬੋਥ ਕੇ ਨਨ। ਇਹਦਾ ਆਂਸਰ ਨਨ ਹੈਗਾ ਜੀ, ਬਿਕੋਜ਼ ਜੋ 1919 ਦਾ ਐਕਟ ਸੀਗਾ ਉਹਨੂੰ ਚੈਮਸਫੋਰਡ ਰਿਫਾਰਮ ਕਹਿੰਦੇ ਸੀ, 1909 ਦੇ ਐਕਟ ਨੂੰ ਕਹਿੰਦੇ ਸੀਗੇ ਮੋਰਲੇ ਮਿੰਟੋ ਰਿਫਾਰਮਸ। 20th ਕੁਐਸਚਨ ਹੈਗਾ ਹੂ ਇਜ਼ ਨੋਨ ਐਜ਼ ਫਾਦਰ ਆਫ ਕਮਿਊਨਲ ਇਲੈਕਟੋਰੇਟ। ਇਹ ਆਪਸ਼ਨ ਹੈਗੀ ਹੈ ਲਾਰਡ ਮਿੰਟੋ, ਬੀ ਆਪਸ਼ਨ ਹੈਗੀ ਹੈ ਲਾਰਡ ਵਿਲੀਅਮ ਬੈਂਟਿੰਗ, ਸੀ ਆਪਸ਼ਨ ਹੈਗੀ ਆ ਲਾਰਡ ਡਲਹੌਜ਼ੀ ਐਂਡ ਡੀ ਆਪਸ਼ਨ ਹੈਗੀ ਹੈ ਵਾਰਨ ਹੇਸਟਿੰਗਸ। ਦਾ ਰਾਈਟ ਆਂਸਰ ਹੈਗੀ ਲਾਰਡ ਮਿੰਟੋ, ਬਿਕੋਜ਼ ਆਪਾਂ ਨੂੰ ਪਤਾ ਕਿ 1909 ਦੇ ਐਕਟ ਦੇ ਥਰੂ ਜੋ ਮੁਸਲਿਮ ਸੀਗੇ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਦਿੱਤੇ ਗਏ ਸੀ ਐਂਡ ਉਹ ਲਾਰਡ ਮਿੰਟੋ ਦੇ ਕਾਰਜਕਾਲ ਵਿੱਚ ਹੋਇਆ ਸੀ ਸਾਰਾ ਕੁਝ। 21ਵਾਂ ਕੁਐਸਚਨ ਹੈਗਾ ਜੀ ਹੂ ਵਾਜ਼ ਦਾ ਫਸਟ ਇੰਡੀਅਨ ਟੂ ਜੁਆਇਨ ਵਾਇਸਰਾਏ ਐਗਜ਼ੀਕਿਊਟਿਵ ਕਾਉਂਸਲ। ए ऑप्शन हैगी है एम एन रॉय, बी ऑप्शन हैगी है बाबा साहेब अंबेडकर, सी एस पी सिन्हा एंड डी गांधी जी। का राइट आंसर की है जी सी एस पी सिन्हा। विच ऑफ द फॉलोइंग एक्ट इंट्रोड्यूस सेपरेट इलैक्टोरेट फॉर मुस्लिम्स एंड ਇਹਦਾ राइट आंसर की है जी गवर्नमेंट ऑफ इंडिया एक्ट 1909। ये मैं तुहानू पहले दस चुका। ਅੱਗੇ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਰਿਗਾਰਡਿੰਗ ਸਿਸਟਮ ਆਫ ਡਾਇਆਰਕੀ। ਠੀਕ ਹੈ ਜੀ, ਟਰੂ ਦੀ ਗੱਲ ਕੀਤੀ ਹੋਈ ਹੈ ਐਂਡ ਸਿਸਟਮ ਆਫ ਡਾਇਆਰਕੀ ਦੀ ਗੱਲ ਕੀਤੀ ਗਈ। ਇਟ ਵਾਜ਼ ਇੰਟਰੋਡਿਊਸਡ ਬਾय ਗਵਰਨਮੈਂਟ ਆਫ ਇੰਡੀਆ ਐਕਟ 1909। ਇਹ ਚੀਜ਼ ਆਪਾਂ ਦੇਖਣੀ ਹੈਗੀ ਹੈ। ਇਟ ਡਿਵਾਈਡਡ ਦਾ ਸਬਜੈਕਟਸ ਇਨਟੂ 3 ਪਾਰਟਸ। ਠੀਕ ਹੈ, ਇਹਨੂੰ ਆਪਾਂ ਅੰਡਰਲਾਈਨ ਕਰ ਲਿਆ। ਰਿਜ਼ਰਵਡ ਸਬਜੈਕਟਸ ਵਾਰ ਐਡਮਿਨਿਸਟ੍ਰੇਟਡ ਬਾय ਗਵਰਨਰ ਐਂਡ ਹਿਜ਼ ਐਗਜ਼ੀਕਿਊਟਿਵ ਕਾਉਂਸਲ। ਸੋ ਕਰੈਕਟ ਆਪਸ਼ਨਸ ਕੀ ਹੈ ਜੀ ਓਨਲੀ 1, ਓਨਲੀ 1 and 2, ਓਨਲੀ 2 and 3 ਐਂਡ डी ऑप्शन की है ओनली 3 एंड द राइट आंसर की है डी ओनली 3।
ਬਿਕੋਜ਼ ਇਹ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਰਾਹੀਂ ਇੰਟਰੋਡਿਊਸ ਕੀਤਾ ਗਿਆ ਸੀ, ਨਾ ਕਿ ਗਵਰਨਮੈਂਟ ਆਫ ਇੰਡੀਆ ਐਕਟ 1909 ਦੇ ਰਾਹੀਂ। ਠੀਕ ਹੈ ਜੀ। ਸੋ ਇਸ ਚੀਜ਼ ਦਾ ਦੇਖੋ ਤੁਸੀਂ ਧਿਆਨ ਰੱਖਣਾ ਹੈਗਾ, ਇਹੀ ਜਿਹੜੀਆਂ ਛੋਟੇ ਛੋਟੀਆਂ ਗੱਲਾਂ ਹੁੰਦੀਆਂ ਨਾ, ਇਹੀ ਆਪਾਂ ਨੂੰ ਪੇਪਰ ਦੇ ਵਿੱਚ ਸਮਟਾਈਮਸ ਪਿੱਛੇ ਤੱਕ ਰਹਿੰਦੀ ਹੈ, ਐਂਡ ਇਹੀ ਆਪਾਂ ਨੂੰ ਸਮਟਾਈਮਸ ਅੱਗੇ ਵੀ ਲੈ ਜਾਂਦੀ ਹੈ। ਠੀਕ ਹੈ। ਇਟ ਡਿਵਾਈਡਡ ਦਾ ਸਬਜੈਕਟ ਨੂੰ 3 ਪਾਰਟਸ, ਦੇਖੋ 3 ਪਾਰਟਸ ਸੀਗੇ, ਕਿੰਨੇ ਪਾਰਟ ਸੀਗੇ, 2 ਪਾਰਟਸ ਦੇ ਵਿੱਚ ਸਬਜੈਕਟਸ ਨੂੰ ਡਿਵਾਈਡ ਕੀਤਾ ਗਿਆ ਸੀ, ਐਂਡ ਉਹ 2 ਪਾਰਟ ਕਿਹੜੇ ਸੀਗੇ, ਇੱਕ ਤਾਂ ਟਰਾਂਸਫਰਡ ਪਾਰਟ ਸੀਗਾ, ਜਾਂ ਆਪਾਂ ਟਰਾਂਸਫਰਡ ਸਬਜੈਕਟ ਵੀ ਕਹਿ ਦਿੰਦੇ ਆ, ਐਂਡ ਦੂਜਾ ਪਾਰਟ ਕਿਹੜਾ ਸੀਗਾ, ਰਿਜ਼ਰਵਡ ਪਾਰਟ ਦੀ ਗੱਲ ਕੀਤੀ ਆਪਾਂ। ਇੱਕ ਤਾਂ ਟਰਾਂਸਫਰਡ ਪਾਰਟ ਸੀਗਾ, ਟਰਾਂਸਫਰਡ, ਐਂਡ ਸੈਕੰਡ ਕੀ ਸੀਗਾ, ਰਿਜ਼ਰਵਡ ਸੀਗਾ। ਜਿਹੜੇ ਦੇਖੋ ਰਿਜ਼ਰਵਡ ਸਬਜੈਕਟ ਸੀਗੇ, ਉਹ ਗਵਰਨਰ ਐਂਡ ਉਹਦੀ ਜਿਹੜੀ ਐਗਜ਼ੈਕਟਿਵ ਕਾਊਂਸਲ ਆ, ਉਹਨਾਂ ਨੇ ਇਹ ਸਾਰੇ ਜਿਹੜੇ ਸਬਜੈਕਟ ਹੈਗੇ ਆ ਰਿਜ਼ਰਵ ਸਬਜੈਕਟ, ਉਹਨਾਂ ਨੂੰ ਐਡਮਿਨਿਸਟਰ ਕਰਨਾ ਸੀਗਾ, ਐਂਡ ਉਹ ਇਸ ਦੇ ਲਈ ਲੈਜਿਸਲੇਟਿਵ ਕਾਊਂਸਲ ਨੂੰ ਜਵਾਬਦੇਹ ਨਹੀਂ ਸੀਗੇ। ਲੇਕਿਨ ਜਿਹੜੇ ਟਰਾਂਸਫਰਡ ਸਬਜੈਕਟ ਸੀਗੇ, ਉਹ ਗਵਰਨਰ ਨੂੰ ਐਡਮਿਨਿਸਟਰ ਕਰਨੇ ਸੀਗੇ ਮਿਨਿਸਟਰਸ ਦੀ ਹੈਲਪ ਦੇ ਨਾਲ, ਐਂਡ ਉਹ ਜਿਹੜੇ ਮਿਨਿਸਟਰ ਸੀਗੇ ਉਹ ਲੈਜਿਸਲੇਟਿਵ ਕਾਊਂਸਲ ਨੂੰ ਜਵਾਬਦੇਹ ਸੀਗੇ। ਅੱਗੇ ਹੈਗਾ ਜੀ, ਵਿਚ ਆਫ ਦਾ ਫੋਲੋਇੰਗ ਵਰ ਦਾ ਫੀਚਰਸ ਆਫ ਗਵਰਨਮੈਂਟ ਆਫ ਇੰਡੀਆ ਐਕਟ 1919, ਇਟ ਪ੍ਰੋਵਾਈਡਡ ਸੈਪਰੇਟ ਇਲੈਕਟੋਰੇਟਸ ਟੂ ਵਿਮਨ। ਠੀਕ ਹੈ ਜੀ, ਇਹ ਚੀਜ਼ ਬਾਰੇ ਆਪਾਂ ਦੇਖਣਾ ਹੈਗਾ। ਇਟ ਇਸਟੈਬਲਿਸ਼ਡ ਪਬਲਿਕ ਸਰਵਿਸ ਕਮਿਸ਼ਨ, ਇਹਦੇ ਬਾਰੇ ਆਪਾਂ ਦੇਖਾਂਗੇ। ਨਿਊ ਆਫਿਸ ਆਫ ਹਾਈ ਕਮਿਸ਼ਨਰ ਫॉर ਇੰਡੀਆ ਇਨ US ਵਾਜ਼ ਸਟੈਬਲਿਸ਼ਡ। ਸੋ ਕਰੈਕਟ ਦੀ ਗੱਲ ਕੀਤੀ ਹੋਈ ਇਹਨਾਂ ਨੇ ਕਿ ਓਨਲੀ 1 ਕਰੈਕਟ ਆ, ਓਨਲੀ 2 and 3 ਕਰੈਕਟ ਆ, ਓਨਲੀ 2 ਕਰੈਕਟ ਆ, ਜਾਂ ਇਹਨਾਂ 'ਚ ਕੋਈ ਵੀ ਕਰੈਕਟ ਨਹੀਂ ਹੈਗਾ। ਠੀਕ ਹੈ ਜੀ। ਸੋ ਇਟ ਪ੍ਰੋਵਾਈਡਡ ਸੈਪਰੇਟ ਇਲੈਕਟੋਰੇਟਸ ਟੂ ਵਿਮਨ, ਇਹ ਸਟੇਟਮੈਂਟ ਦੇਖੋ ਗਲਤ ਹੋ ਜਾਂਦੀ ਹੈ, ਬਿਕੋਜ਼ 1919 ਦੇ ਐਕਟ ਦੇ ਅੰਡਰ, ਠੀਕ ਹੈ ਜੀ, ਜਿਹੜੇ ਸੈਪਰੇਟ ਇਲੈਕਟੋਰੇਟ ਪ੍ਰੋਵਾਈਡ ਕੀਤੇ ਗਏ ਸੀ, ਉਹ ਸਿੱਖਾਂ ਨੂੰ ਪ੍ਰੋਵਾਈਡ ਕੀਤੇ ਗਏ ਸੀਗੇ। ਠੀਕ ਹੈ। ਐਂਗਲੋ ਇੰਡੀਅਨ ਨੂੰ ਪ੍ਰੋਵਾਈਡ ਕੀਤੇ ਗਏ ਸੀਗੇ। ਠੀਕ ਹੈ। ਪਲੱਸ ਯੂਰਪੀਅਨ ਨੂੰ ਪ੍ਰੋਵਾਈਡ ਕੀਤੇ ਗਏ ਸੀ, ਯੂਰਪੀਅਨ ਨੂੰ ਪ੍ਰੋਵਾਈਡ ਕੀਤੇ ਗਏ ਸੀਗੇ, ਪਲੱਸ ਜੋ ਇੰਡੀਅਨ ਕ੍ਰਿਸਚੀਅਨ ਸੀਗੇ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਸੀ। ਠੀਕ ਹੈ ਜੀ। ਸੈਕੰਡ ਸਟੇਟਮੈਂਟ ਬਿਲਕੁਲ ਸਹੀ ਹੈ, ਦੇਖੋ ਇਟ ਐਸਟੈਬਲਿਸ਼ਡ ਪਬਲਿਕ ਸਰਵਿਸ ਕਮਿਸ਼ਨ। ਥਰਡ ਸਟੇਟਮੈਂਟ ਵੀ ਰੋਂਗ ਹੋ ਜਾਂਦੀ ਹੈ, ਬਿਕੋਜ਼ ਨਿਊ ਆਫਿਸ ਆਫ ਹਾਈ ਕਮਿਸ਼ਨਰ ਫॉर ਇੰਡੀਆ ਐਸਟੈਬਲਿਸ਼ ਕੀਤਾ ਗਿਆ ਸੀਗਾ ਲੰਡਨ ਦੇ ਵਿੱਚ, ਨਾ ਕਿ US ਦੇ ਵਿੱਚ। ਸੋ ਇਹਦਾ ਰਾਈਟ ਆਂਸਰ ਕੀ ਹੋ ਜਾਂਦਾ, ਸੀ, ਓਨਲੀ 2। 25th question, ਫੈਡਰਲ ਕੋਰਟ ਵਾਜ਼ established ਅੰਡਰ ਗਵਰਨਮੈਂਟ ਆਫ ਇੰਡੀਆ ਐਕਟ 1909, ਗਵਰਨਮੈਂਟ ਆਫ ਇੰਡੀਆ ਐਕਟ 1919, ਗਵਰਨਮੈਂਟ ਆਫ ਇੰਡੀਆ ਐਕਟ 1935। ਸੋ ਦਾ ਰਾਈਟ ਆਂਸਰ ਕੀ ਹੈ ਜੀ, ਸੀ, ਗਵਰਨਮੈਂਟ ਆਫ ਇੰਡੀਆ ਐਕਟ 1935। ਵਿਚ ਆਫ ਦਾ ਫੋਲੋਇੰਗ ਵਾਜ਼ ਡਨ ਅੰਡਰ ਗਵਰਨਮੈਂਟ ਆਫ ਇੰਡੀਆ ਐਕਟ 1935, ਇਟ ਇੰਟਰੋਡਿਊਸਡ ਡਾਇਆਰਕੀ ਇਨ ਦਾ ਪ੍ਰੋਵਿੰਸਿਸ। ਇਹ ਚੀਜ਼ ਬਾਰੇ ਆਪਾਂ ਦੇਖਣਾ ਹੈਗਾ। ਇਟ ਐਬੋਲਿਸ਼ਡ ਕਾਊਂਸਲ ਆਫ ਇੰਡੀਆ ਐਸਟੈਬਲਿਸ਼ਡ ਅੰਡਰ ਗਵਰਨਮੈਂਟ ਆਫ ਇੰਡੀਆ 909। ਠੀਕ ਹੈ ਜੀ। ਐਂਡ ਥਰਡ ਆਪਸ਼ਨ ਕੀ ਹੈ ਕਿ RBI ਵਾਜ਼ established ਅੰਡਰ ਦਿਸ। A ਕੀ ਆ, ਓਨਲੀ 1, B ਕੀ ਆ, ਓਨਲੀ 2, C ਕੀ ਆ, ਓਨਲੀ 1 and 3, D ਕੀ ਆ, ਓਨਲੀ 3। ਦੇਖੋ ਜੀ ਫਰਸਟ ਸਟੇਟਮੈਂਟ ਇੱਥੇ ਰੋਂਗ ਹੋ ਜਾਂਦੀ ਹੈ। ਇਹ ਕਹਿੰਦੇ ਇਟ ਇੰਟਰੋਡਿਊਸਡ ਡਾਇਆਰਕੀ ਇਨ ਪ੍ਰੋਵਿੰਸਿਸ। ਦੇਖੋ ਇਹਨੇ ਪ੍ਰੋਵਿੰਸਿਸ ਦੇ ਵਿੱਚੋਂ ਡਾਇਆਰਕੀ ਨੂੰ ਖਤਮ ਕੀਤਾ ਸੀ, ਲੇਕਿਨ ਸੈਂਟਰ ਦੇ ਵਿੱਚ ਇਹਨੇ ਡਾਇਆਰਕੀ ਨੂੰ ਇੰਟਰੋਡਿਊਸ ਕੀਤਾ ਸੀ। ਠੀਕ ਹੈ ਜੀ। ਸੋ ਇਸ ਕਰਕੇ ਸਟੇਟਮੈਂਟ ਗਲਤ ਹੋ ਜਾਂਦੀ ਹੈ। ਸੈਕੰਡ ਸਟੇਟਮੈਂਟ ਵੀ ਗਲਤ ਹੋ ਜਾਂਦੀ ਹੈ, ਇਟ ਐਬੋਲਿਸ਼ਡ ਕਾਊਂਸਲ ਆਫ ਇੰਡੀਆ। ਇਹ ਬਿਲਕੁਲ ਸਹੀ ਹੈ, ਲੇਕਿਨ ਉਹ ਕਾਊਂਸਲ ਆਫ ਇੰਡੀਆ ਜੋ ਐਸਟੈਬਲਿਸ਼ ਕੀਤੀ ਗਈ ਸੀ, ਉਹ ਇਸ ਐਕਟ ਅੰਡਰ ਐਸਟੈਬਲਿਸ਼ ਨਹੀਂ ਕੀਤੀ ਗਈ ਸੀ, ਉਹ 1858 ਦੇ ਐਕਟ ਅੰਡਰ ਐਸਟੈਬਲਿਸ਼ ਕੀਤੀ ਗਈ ਸੀ, ਜਿਹੜੀ ਪਹਿਲਾਂ ਵੀ ਡਿਸਕਸ ਕੀਤੀ ਹੈ। ਕਿੰਨੇ ਮੈਂਬਰ ਸੀ ਇਹਦੇ, 15 ਮੈਂਬਰ ਸੀਗੇ। ਥਰਡ ਸਟੇਟਮੈਂਟ ਬਿਲਕੁਲ ਸਹੀ ਹੈ, ਸੋ ਇਹਦਾ ਰਾਈਟ ਆਂਸਰ ਹੋ ਜਾਂਦਾ ਓਨਲੀ 3। ਹੂ ਵਾਜ਼ ਦਾ 27th ਕੁਐਸਚਨ ਹੈ ਜੀ, ਹੂ ਵਾਜ਼ ਦਾ ਐਜੂਕੇਸ਼ਨ ਮਿਨਿਸਟਰ ਇਨ ਇੰਟੈਰਿਮ ਗਵਰਨਮੈਂਟ ਆਫ 1946। ਦੇਖੋ ਆਪਾਂ ਨੂੰ ਇਸ ਚੀਜ਼ ਦਾ ਪਤਾ ਕਿ ਇੱਕ ਤਾਂ ਇੰਟੈਰਿਮ ਗਵਰਨਮੈਂਟ 1946 ਦੇ ਵਿੱਚ ਬਣਦੀ ਹੈ, ਐਂਡ ਉਸ ਤੋਂ ਬਾਅਦ ਜਦੋਂ ਆਪਣੀ ਕੰਟਰੀ ਇੰਡੀਪੈਂਡੈਂਟ ਹੁੰਦੀ ਹੈ 1947 ਦੇ ਵਿੱਚ, ਉਦੋਂ ਫਿਰ ਜਿਹੜੀ ਫਸਟ ਕੈਬਨਿਟ ਆ ਉਹ ਬਣਾਈ ਜਾਂਦੀ ਹੈ। ਸੋ ਇੰਟੈਰਿਮ ਗਵਰਨਮੈਂਟ ਆਫ 1946 'ਚ ਐਜੂਕੇਸ਼ਨ ਮਿਨਿਸਟਰ ਕੌਣ ਸੀਗੇ, ਜਵਾਹਰ ਲਾਲ ਨਹਿਰੂ ਜੀ ਸੀ, ਮੌਲਾਨਾ ਅਬੁਲ ਕਲਾਮ ਆਜ਼ਾਦ ਸੀਗੇ, ਸੀ ਰਾਜਾ ਗੋਪਾਲਾਚਾਰੀ ਸੀ, ਕਿ ਸਰਦਾਰ ਬਲਦੇਵ ਸਿੰਘ ਸੀਗੇ। ਇਹਦਾ ਰਾਈਟ ਆਂਸਰ ਹੈਗਾ ਜੀ ਸੀ। ਠੀਕ ਹੈ ਜੀ। ਜੋ ਮੌਲਾਨਾ ਅਬੁਲ ਕਲਾਮ ਆਜ਼ਾਦ ਸੀਗੇ, ਉਹਨਾਂ ਨੂੰ ਜਦੋਂ 1947 'ਚ ਫਸਟ ਕੈਬਨਿਟ ਬਣਦੀ ਹੈ, ਉਦੋਂ ਐਜੂਕੇਸ਼ਨ ਮਿਨਿਸਟਰ ਦਾ ਚਾਰਜ ਦਿੱਤਾ ਜਾਂਦਾ। ਅੱਗੇ ਹੈਗੇ ਜੀ, ਫਸਟ ਕੈਬਨਿਟ ਆਫ ਫ੍ਰੀ ਇੰਡੀਆ ਹੈਡ ਹਾਊ ਮੈਨੀ ਮਿਨਿਸਟਰ। ਤਾਂ ਇਹਦਾ ਰਾਈਟ ਆਂਸਰ ਹੈਗਾ ਜੀ ਸੀ, 14।
29th ਹੈਗਾ ਜੀ which of the following is not true? ਜਵਾਹਰ ਲਾਲ ਨਹਿਰੂ external affair minister, ਜੌਨ ਮਥਾਏ railway minister, ਰਜਿੰਦਰ ਪ੍ਰਸਾਦ agriculture minister। A option ਹੈਗੀ ਆ only 1, B option ਹੈਗੀ ਆ only 2, C option ਹੈਗੀ ਆ only 3, D option ਹੈਗੀ ਆ none। ਤਾਂ ਇਹਦਾ ਰਾਈਟ ਆਂਸਰ ਹੈਗਾ ਜੀ D none, ਬਿਕੋਜ਼ ਇਹ ਸਾਰੀਆਂ ਸਟੇਟਮੈਂਟਸ ਕੀ ਹੈਗੀਆਂ ਟਰੂ ਆ। ਜਵਾਹਰ ਲਾਲ ਨਹਿਰੂ ਜੀ ਕੋਲ ਐਕਸਟਰਨਲ ਮਿਨਿਸਟਰ ਦਾ ਜਿਹੜਾ ਐਕਸਟਰਾ ਚਾਰਜ ਸੀਗਾ, ਇਸ ਤੋਂ ਇਲਾਵਾ ਉਹ ਪ੍ਰਾਈਮ ਮਿਨਿਸਟਰ ਤਾਂ ਹੈਗੇ ਸੀਗੇ, ਠੀਕ ਹੈ, ਇਸ ਤੋਂ ਇਲਾਵਾ ਸਾਇੰਟੀਫਿਕ ਰਿਸਰਚ ਮਿਨਿਸਟਰ ਵੀ ਸੀਗੇ ਉਹ, ਐਂਡ ਕਾਮਨਵੈਲਥ ਰਿਲੇਸ਼ਨਸ ਦੇ ਮਿਨਿਸਟਰ ਵੀ ਸੀਗੇ। ਸੈਕੰਡ ਨੰਬਰ ਵੀ ਸਹੀ ਹੈ ਐਂਡ ਥਰਡ ਨੰਬਰ ਵੀ ਸਹੀ ਹੈ। ਲਾਸਟ ਕੁਐਸਚਨ ਹੈਗਾ ਜੀ ਆਪਣਾ, ਆਫਟਰ ਕ੍ਰੀਏਸ਼ਨ ਆਫ ਇੰਟੈਰਿਮ ਗਵਰਨਮੈਂਟ 1946, ਠੀਕ ਹੈ ਜੀ, ਜਵਾਹਰ ਲਾਲ ਨਹਿਰੂ ਵਾਸ ਗਿਵਨ ਵਿਚ ਡੈਜ਼ਿਗਨੇਸ਼ਨ ਅੰਡਰ ਵਾਇਸਰਾਇਜ਼ ਐਗਜ਼ੀਕਿਊਟਿਵ ਕਾਉਂਸਲ, ਠੀਕ ਹੈ ਜੀ। ਸੋ ਆਪਸ਼ਨ ਏ ਹੈਗੀ ਹੈ ਪ੍ਰੈਜ਼ੀਡੈਂਟ, ਆਪਸ਼ਨ ਬੀ ਵਾਈਸ ਪ੍ਰੈਜ਼ੀਡੈਂਟ, ਆਪਸ਼ਨ ਸੀ ਸੈਕਟਰੀ, ਆਪਸ਼ਨ ਡੀ ਵਾਈਸ ਸੈਕਟਰੀ। ਸੋ ਇਹਦਾ ਰਾਈਟ ਆਂਸਰ ਹੈਗਾ ਜੀ ਬੀ, ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਅਹੁਦਾ ਹੈਗਾ ਉਹ ਵਾਇਸਰਾਏ ਦੀ ਐਗਜ਼ੀਕਿਊਟਿਵ ਕਾਉਂਸਲ ਦਿੱਤਾ ਗਿਆ ਸੀਗਾ। ਜੋ ਉਸ ਕਾਉਂਸਲ ਦਾ ਹੈਡ ਸੀਗਾ ਉਹ ਕੌਣ ਸੀਗਾ ਜੀ? ਵਾਇਸਰਾਏ। ਸੋ ਇਹ ਸੀਗੇ ਜੀ ਸਾਰੇ MCQs। ਮੈਂ ਆਸ ਕਰਦਾ ਕਿ ਤੁਹਾਨੂੰ ਤੁਹਾਡੇ ਪੇਪਰ ਦੇ ਵਿੱਚ ਕਾਫੀ ਹੈਲਪ ਕਰਨਗੇ, ਠੀਕ ਹੈ ਜੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਸ ਤਰ੍ਹਾਂ ਦੇ ਵੀਡੀਓਜ਼ ਹੋਰ ਲਿਆਉਂਦਾ ਰਹੂੰਗਾ, ਸੋ ਦੈਟ ਕਿ ਤੁਹਾਨੂੰ ਪੇਪਰ 'ਤੇ ਆਪਣੀ ਤਿਆਰੀ ਦੇ ਲੈਵਲ ਦਾ ਪਤਾ ਲੱਗਦਾ ਰਹੇ, ਠੀਕ ਹੈ। ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ, ਸੋ ਦੈਟ ਕਿ ਮੈਕਸਿਮਮ ਸਟੂਡੈਂਟਸ ਇਹਦਾ ਫਾਇਦਾ ਲੈ ਸਕਣ, ਠੀਕ ਹੈ। ਐਂਡ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਿੱਖਦੇ ਰਹੋ, ਸਿਖਾਉਂਦੇ ਰਹੋ ਐਂਡ ਅੱਗੇ ਵੱਧਦੇ ਰਹੋ। ਥੈਂਕ ਯੂ।